हेलो एवरीवन। ਅੱਜ ਆਪਾਂ ਜੀ ਡਿਸਕਸ ਕਰਾਂਗੇ ਪੀਪੀਐਸਸੀ ਦੇ ਕੁਝ ਪ੍ਰੀਵੀਅਸ ਈਅਰ ਕੁਐਸਚਨਸ। ਠੀਕ ਹੈ ਜੀ, ਜਿਹੜੇ ਕੁਐਸਚਨ ਹੋਣਗੇ ਸਾਰੇ ਹਿਸਟਰੀ ਦੇ ਕੁਐਸਚਨ ਹੋਣਗੇ। ਤਾਂ ਇਹ ਤੋਂ ਤੁਹਾਨੂੰ ਥੋੜਾ ਆਈਡੀਆ ਲੱਗ ਜਾਏਗਾ ਕਿ ਜਿਹੜੇ ਕੁਐਸਚਨ ਦਾ ਜਿਹੜਾ ਲੈਵਲ ਕਿਸ ਤਰ੍ਹਾਂ ਦਾ ਆਂਦਾ ਹੈ ਜਾਂ ਪੈਟਰਨ ਕਿਸ ਤਰ੍ਹਾਂ ਦਾ ਆਂਦਾ ਹੈ ਜੀ। ਠੀਕ ਹੈ ਜੀ, ਤਾਂ ਚਲੋ ਜੀ ਸ਼ੁਰੂ ਕਰਦੇ ਹਾਂ। ਤਾਂ ਫਸਟ ਕੁਐਸਚਨ ਆਪਣੇ ਪਾਸ ਹੈਗਾ ਜੀ ਤੁਹਾਡੇ ਸਾਹਮਣੇ, ਇੰਡੀਅਨ ਨੈਸ਼ਨਲ ਆਰਮੀ। ਇੰਡੀਅਨ ਨੈਸ਼ਨਲ ਆਰਮੀ ਕੀ ਹੈ ਜੀ, ਕਦੋਂ ਐਗਜ਼ਿਸਟੈਂਸ ਦੇ ਵਿੱਚ ਆਈ ਸੀਗੀ? 1943 ਦੇ ਵਿੱਚ। ਉਹਦਾ ਪਲੇਸ ਪੁੱਛਿਆ ਹੋਇਆ ਕਿ ਕਿਹੜੀ ਜਗ੍ਹਾ ਦੇ ਵਿੱਚ ਸੀਗੀ। ਤਾਂ ਕਿਹੜੀ ਸੀਗੀ ਜੀ? ਇੱਕ ਦਿੱਤਾ ਹੋਇਆ ਜਾਪਾਨ, ਇੱਕ ਬਰਮਾ, ਇੱਕ ਸਿੰਗਾਪੁਰ, ਇੱਕ ਮਲੇਸ਼ੀਆ। ਤਾਂ ਆਪਾਂ ਨੂੰ ਪਤਾ ਹੈ ਜੀ ਇਹਦਾ ਕਰੈਕਟ ਆਂਸਰ ਕੀ ਹੈ ਜੀ? ਸਿੰਗਾਪੁਰ। ਠੀਕ ਹੈ ਜੀ, ਸਿੰਗਾਪੁਰ ਦੇ ਵਿੱਚ ਇਹ ਕੀ ਸੀਗੀ ਜੀ, ਉਸ ਟਾਈਮ 'ਚ ਬਣੀ ਸੀ 1943 ਦੇ ਵਿੱਚ। ਤਾਂ ਜਿਹੜੇ ਇੱਕ ਇਹਦੇ ਵਿੱਚ ਇਹ ਵੀ ਕੁਐਸਚਨ ਆਉਂਦਾ ਹੁੰਦਾ ਕਿ ਇੰਡੀਅਨ ਨੈਸ਼ਨਲ ਆਰਮੀ ਦੇ ਜਿਹੜੇ ਫਾਊਂਡਰ ਸੀਗੇ ਉਹ ਕੌਣ ਸੀਗੇ ਜੀ? ਇੰਡੀਅਨ ਨੈਸ਼ਨਲ ਆਰਮੀ ਦੇ ਜਿਹੜੇ ਫਾਊਂਡਰ ਸੀਗੇ ਜੀ ਉਹ ਸੀਗੇ ਆਪਣੇ ਪਾਸ ਮੋਹਨ ਸਿੰਘ। ਇਹ ਵੀ ਤੁਸੀਂ ਯਾਦ ਰੱਖਣਾ, ਕਈ ਵਾਰ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ। ਠੀਕ ਹੈ, ਸੁਭਾਸ਼ ਚੰਦਰ ਬੋਸ ਬਾਅਦ ਵਿੱਚ ਗਏ ਸੀਗੇ ਜੀ ਸਿੰਗਾਪੁਰ, ਉਹਨਾਂ ਨੇ ਇਸ ਨੂੰ ਰੀਆਰਗੇਨਾਈਜ਼ ਕੀਤਾ ਸੀਗਾ। ਠੀਕ ਹੈ ਜੀ, ਤਾਂ ਉਹਨਾਂ ਨੇ ਇਹਨਾਂ ਨੂੰ ਰੀਆਰਗੇਨਾਈਜ਼ ਕੀਤਾ ਸੀਗਾ। ਤਾਂ ਸੁਭਾਸ਼ ਚੰਦਰ ਜਦੋਂ ਬੋਸ ਇੰਡੀਅਨ ਨੈਸ਼ਨਲ ਆਰਮੀ ਦੇ ਨਾਲ ਡੀਲ ਕਰ ਰਹੇ ਸੀਗੇ ਤਾਂ ਇਸੇ ਦੌਰਾਨ ਉਹਨਾਂ ਨੇ ਦੋ ਜਿਹੜੇ ਸਲੋਗਨ ਸੀਗੇ ਦਿੱਤੇ ਸੀਗੇ, ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਕ ਹੈਗਾ ਜੀ ਆਪਣੇ ਪਾਸ ਦਿੱਲੀ ਚਲੋ, ਔਰ ਦੂਸਰਾ ਹੈਗਾ ਜੀ ਗਿਵ ਮੀ ਬਲੱਡ ਐਂਡ ਆਈ ਵਿਲ ਗਿਵ ਯੂ ਫਰੀडम। ਇਹ ਦੋ ਜਿਹੜੇ ਸਲੋਗਨ ਨੇ ਇਹ ਸੁਭਾਸ਼ ਚੰਦਰ ਬੋਸ ਜੀ ਦੁਆਰਾ ਦਿੱਤੇ ਗਏ ਸੀਗੇ। ਠੀਕ ਹੈ ਜੀ, ਉਦੋਂ ਜਦੋਂ ਇੰਡੀਅਨ ਨੈਸ਼ਨਲ ਆਰਮੀ ਨੂੰ ਰੀਆਰਗੇਨਾਈਜ਼ ਕੀਤਾ ਸੀਗਾ। ਠੀਕ ਹੈ ਜੀ, ਤਾਂ ਇਹ ਸੀਗਾ ਆਪਣਾ ਫਸਟ ਕੁਐਸਚਨ। ਇਹ ਪੀਪੀਐਸਸੀ ਦੇ ਪ੍ਰੀਵੀਅਸ ਈਅਰ ਕੁਐਸਚਨਸ ਨੇ ਜੀ ਹਿਸਟਰੀ ਦੇ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈਗਾ ਜੀ ਆਪਣੇ ਪਾਸ ਰੌਲਟ ਐਕਟ ਦੇ ਉੱਪਰ ਪੁੱਛਿਆ ਗਿਆ ਹੈ ਕਿ ਰੌਲਟ ਐਕਟ ਦਾ ਕੀ ਏਮ ਸੀਗਾ। ਤਾਂ ਰੌਲਟ ਐਕਟ ਦਾ ਆਪਾਂ ਪਹਿਲਾਂ ਆਪਸ਼ਨ ਚੈੱਕ ਕਰ ਲੈਣਾ ਜੀ, ਫਿਰ ਆਪਾਂ ਡਿਸਕਸ ਕਰਦੇ ਹਾਂ ਕਿ ਰੌਲਟ ਐਕਟ ਕੀ ਸੀਗਾ। ਰੌਲਟ ਐਕਟ ਫਸਟ ਆਪਸ਼ਨ ਲਿਖਿਆ ਜੀ ਕੰਪਲਸਰੀ ਇਕਨੋਮਿਕ ਸਪੋਰਟ ਸੀਗਾ ਵਾਰ ਦੇ ਐਫਰਟਸ ਦੇ ਲਈ। ਦੂਸਰਾ ਲਿਖਿਆ ਸੀ ਦੂਸਰਾ ਲਿਖਿਆ ਹੋਇਆ ਜੀ ਇੰਪ੍ਰਿਜ਼ਨਮੈਂਟ ਵਿਦਆਊਟ ਟ੍ਰਾਇਲ ਐਂਡ ਸਮਰੀ ਪ੍ਰੋਸੀਜਰ ਫॉर ਟ੍ਰਾਇਲ। ਜਾਂ ਤੀਸਰਾ ਹੈਗਾ ਖਿਲਾਫਤ ਮੂਵਮੈਂਟ ਨੂੰ ਸਪਰੈਸ ਕਰਨ ਦੇ ਲਈ। ਔਰ ਫੋਰਥ ਹੈਗਾ ਜੀ ਆਪਣੇ ਪਾਸ ਫਰੀडम ਆਫ ਪ੍ਰੈਸ ਨੂੰ ਰਿਸਟ੍ਰਿਕਟ ਕਰਨ ਦੇ ਲਈ ਸੀਗਾ। ਤਾਂ ਦੇਖੋ ਜੀ ਇਹਦਾ ਜਿਹੜਾ ਐਗਜ਼ੈਕਟ ਆਂਸਰ ਹੈ ਉਹ ਹੈਗਾ ਜੀ ਆਪਣੇ ਪਾਸ ਬੀ ਆਂਸਰ। ਠੀਕ ਹੈ ਜੀ, ਤਾਂ ਇਹਦੇ ਵਿੱਚ ਕੀ ਸੀਗਾ ਜੀ, ਰੌਲਟ ਐਕਟ ਕਦੋਂ ਬਣਿਆ ਸੀਗਾ? 1919 ਦੇ ਵਿੱਚ ਸਰ ਸਿਡਨੀ ਰੌਲਟ ਨੇ ਇਸ ਨੂੰ ਕੀ ਕੀਤਾ ਸੀਗਾ ਜੀ, ਫਾਰਮ ਕੀਤਾ ਸੀਗਾ। ਇਹਦੇ ਵਿੱਚ ਕੀ ਸੀਗਾ ਕਿ ਨਾ ਕੋਈ ਵਕੀਲ ਨਾ ਕੋਈ ਦਲੀਲ, ਸ਼ੱਕ ਦੇ ਆਧਾਰ ਤੇ ਕੀ ਕੀਤੀ ਜਾਂਦੀ ਸੀ, ਗ੍ਰਿਫਤਾਰੀ ਕੀਤੀ ਜਾਂਦੀ ਸੀ। ਔਰ ਇਹਦੇ ਵਿੱਚ ਦੋ ਜਿਹੜੇ ਪਰਸਨ ਸੀਗੇ ਰੌਲਟ ਐਕਟ ਦੇ ਥਰੂ ਕੀ ਕੀਤੇ ਗਏ ਸੀ ਜੀ, ਅਰੈਸਟ ਕੀਤੇ ਗਏ ਸੀ, ਜਿਨ੍ਹਾਂ ਦਾ ਨਾਮ ਕੀ ਸੀਗਾ ਜੀ, ਡਾਕਟਰ ਸਤਿਆਪਾਲ ਕਿਚਲੂ ਔਰ ਡਾਕਟਰ ਸਤਿਆਪਾਲ ਤੇ ਸੈਫਦੀਨ ਕਿਚਲੂ। ਦੋ ਬੰਦੇ ਸੀਗੇ ਜਿਨ੍ਹਾਂ ਨੂੰ ਰੌਲਟ ਐਕਟ ਦੇ ਥਰੂ ਕੀ ਕੀਤਾ ਗਿਆ ਸੀ, ਅਰੈਸਟ ਕੀਤਾ ਗਿਆ ਸੀ। ਔਰ ਇਹਨਾਂ ਨੂੰ ਹੀ ਇਹਨਾਂ ਨੂੰ ਬਚਾਉਣ ਦੇ ਲਈ ਹੀ ਆਪਣਾ ਜਿਹੜਾ 13 ਅਪ੍ਰੈਲ 1919 ਜਿਹੜਾ ਆਪਾਂ ਜਲਿਆਂਵਾਲਾ ਬਾਗ ਮੈਸੇਕਰ ਪੜ੍ਹਦੇ ਹਾਂ ਕਿ ਉੱਥੇ ਜਿਹੜੀ ਭੀੜ ਸੀ ਇਕੱਠੀ ਹੋਈ ਸੀਗੀ, ਉਹ ਕਿਸ ਪੀਸਫੁਲ ਪ੍ਰੋਟੈਸਟ ਕਰ ਰਹੀ ਸੀ ਇਹਨਾਂ ਦੋ ਬੰਦਿਆਂ ਦੀ ਕਿਹਦੇ ਲਈ, ਰਿਹਾਈ ਦੇ ਲਈ। ਠੀਕ ਹੈ ਜੀ, ਤਾਂ ਇਹ ਸੀਗਾ ਆਪਣੇ ਪਾਸ ਰੌਲਟ ਐਕਟ। ਤਾਂ ਅਗਲਾ ਕੁਐਸਚਨ ਆਪਾਂ ਦੇਖਦੇ ਹਾਂ ਜੀ। ਅਗਲਾ ਕੁਐਸਚਨ ਹੈਗਾ ਆਪਣੇ ਪਾਸ, which one of the following territories was not affected by the revolt of 1857। ਹਾਂਜੀ, ਆਪਾਂ ਨੂੰ ਪਤਾ ਹੈ ਕਿ 1857 ਦਾ ਜਿਹੜਾ ਰਿਵੋਲਟ ਹੋਇਆ ਸੀਗਾ ਜੀ, ਤਾਂ ਉਹਦੇ ਵਿੱਚ ਪੁੱਛਿਆ ਗਿਆ ਜੀ, ਕੁਐਸਚਨ ਪੁੱਛਿਆ ਗਿਆ ਕਿ ਇਹਨਾਂ ਦੇ ਵਿੱਚੋਂ ਉਹ ਕਿਹੜਾ ਪ੍ਰੋਵਿੰਸ ਸੀਗਾ ਜਿਹੜਾ ਉਸ ਜਿਹੜਾ 1857 ਦੇ ਰਿਵੋਲਟ ਦੇ ਵਿੱਚ ਜਿਹਨੇ ਪਾਰਟਿਸਿਪੇਟ ਨਹੀਂ ਕੀਤਾ ਸੀਗਾ। ਠੀਕ ਹੈ ਜੀ, ਤਾਂ ਝਾਂਸੀ ਨੇ ਕੀ ਕੀਤਾ ਸੀਗਾ ਜੀ, ਪਾਰਟਿਸਿਪੇਟ ਕੀਤਾ ਸੀਗਾ। ਕਾਨਪੁਰ ਨੇ ਵੀ ਪਾਰਟਿਸਿਪੇਟ ਕੀਤਾ ਸੀ, ਲਖਨਊ ਨੇ ਵੀ ਪਾਰਟਿਸਿਪੇਟ ਕੀਤਾ ਸੀ, ਪਰ ਚਿਤੌੜ ਨੇ ਪਾਰਟਿਸਿਪੇਟ ਨਹੀਂ ਕੀਤਾ ਸੀਗਾ। ਠੀਕ ਹੈ ਜੀ, ਝਾਂਸੀ ਤੋਂ ਕੌਣ ਕਰ ਰਿਹਾ ਸੀ ਜੀ, ਝਾਂਸੀ ਦੀ ਰਾਣੀ ਲక్ష్ਮੀ ਕੀ ਕਰ ਰਹੀ ਸੀਗੀ ਜੀ, ਰਿਵੋਲਟ ਨੂੰ ਲੀਡ ਕਰ ਰਹੀ ਸੀਗੀ। ਇੱਥੇ ਜਿਹੜੀ ਮੇਨ ਪ੍ਰੋਬਲਮ ਸੀ ਡਾਕਟਰਾਈਨ ਆਫ ਲੈਪਸ ਦੀ ਸੀਗੀ। ਠੀਕ ਹੈ ਜੀ, ਡਾਕਟਰਾਈਨ ਆਫ ਲੈਪਸ ਦੇ ਥਰੂ ਕੀ ਹੋਇਆ ਸੀਗਾ ਕਿ ਜਿਹੜਾ ਐਕਚੁਅਲ ਜਿਨ੍ਹਾਂ ਦਾ ਸਨ ਨਹੀਂ ਸੀਗਾ, ਉਹਨਾਂ ਦਾ ਜਿਹੜਾ ਐਮਪਾਇਰ ਸੀਗਾ ਉਹਨੂੰ ਬ੍ਰਿਟਿਸ਼ ਐਮਪਾਇਰ ਦੇ ਵਿੱਚ ਮਰਜ ਕਰ ਲਿਆ ਜਾਂਦਾ ਸੀਗਾ। ਠੀਕ ਹੈ ਜੀ, ਤਾਂ ਝਾਂਸੀ ਦੀ ਰਾਣੀ ਹੈ ਜਿਹੜੀ ਝਾਂਸੀ ਤੋਂ ਲੀਡ ਕਰ ਰਹੀ ਸੀਗੀ ਜੀ। ਲਖਨਊ ਤੋਂ ਕਿਹੜੀ ਸੀਗੀ ਜੀ, ਬੇਗਮ ਹਜ਼ਰਤ ਮਹਿਲ ਸੀ, ਉਹਦੀ ਵੀ ਸੇਮ ਪ੍ਰੋਬਲਮ ਸੀ ਡਾਕਟਰਾਈਨ ਆਫ ਲੈਪਸ ਦੀ। ਤੇ ਕਾਨਪੁਰ ਤੋਂ ਕੌਣ ਸੀਗੇ ਜੀ, ਆਪਣੇ ਪਾਸ ਕੁੰਵਰ ਸਿੰਘ ਸੀਗੇ ਜੀ। ਠੀਕ ਹੈ ਜੀ, ਜਿਹੜੇ ਰਿਵੋਲਟ ਨੂੰ ਕੀ ਕਰ ਰਹੇ ਸੀਗੇ, ਲੀਡ ਕਰ ਰਹੇ ਸੀਗੇ। ਤਾਂ ਨੈਕਸਟ ਕੁਐਸਚਨ ਹੈਗਾ ਜੀ, ਹੁਣ ਆਪਣਾ ਨੈਕਸਟ ਚੱਲਦੇ ਹਾਂ ਆਪਾਂ। Who among the following wrote novel Anand Math set in the background of ਸੰਨਿਆਸੀ ਰਿਬੇਲੀਅਨ? ਹਾਂਜੀ, ਸੰਨਿਆਸੀ ਜਿਹੜਾ ਰਿਵੋਲਟ ਹੋਇਆ ਸੀਗਾ ਜੀ, ਜਿਹੜਾ ਆਨੰਦ ਮਠ ਸੀਗੀ ਜੀ ਬੁੱਕ, ਉਹ ਇਸੇ ਰਿਵੋਲਟ ਦੇ ਉੱਪਰ ਬੇਸਡ ਲਿਖੀ ਗਈ ਸੀਗੀ। ਠੀਕ ਹੈ ਜੀ, ਤਾਂ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਆਨੰਦ ਮਠ, ਇਹ ਵੀ ਕੁਐਸਚਨ ਏਦਾਂ ਟਵਿਸਟ ਕਰਕੇ ਪੁੱਛ ਲੈਂਦੇ ਨੇ ਕਿ ਜਿਹੜੀ ਆਨੰਦ ਮਠ ਨੋਵਲ ਹੈ ਜਾਂ ਬੁੱਕ ਹੈ ਉਹ ਕਿਸ ਰਿਵੋਲਟ ਦੇ ਉੱਪਰ ਲਿਖੀ ਗਈ ਸੀਗੀ ਜੀ, ਉਹ ਸੰਨਿਆਸੀ ਰਿਵੋਲਟ ਦੇ ਉੱਪਰ ਲਿਖੀ ਗਈ ਸੀ। ਔਰ ਜਿਹੜਾ ਕਿਹਨੇ ਲਿਖੀ ਸੀਗੀ ਜੀ, ਉਹ ਵੀ ਆਪਾਂ ਨੂੰ ਕੁਐਸਚਨ ਇਹ ਹੈ ਕਿ ਕਿਹਨੇ ਲਿਖੀ ਸੀ, ਇਹ ਪੁੱਛਿਆ ਗਿਆ ਹੈ। ਤਾਂ ਆਰਸੀ ਦੱਤ ਹੈ ਜੀ ਆਪਸ਼ਨ ਦੇ ਵਿੱਚ, ਬੰਕਿਮ ਚੰਦਰ ਚੈਟਰਜੀ ਹੋ ਗਏ, ਰਵਿੰਦਰਨਾਥ ਟੈਗੋਰ ਹੋ ਗਏ, ਵਿਨੋਬਾ ਭਾਵੇ ਜੀ ਹੋ ਗਏ। ਤਾਂ ਐਗਜ਼ੈਕਟ ਆਂਸਰ ਹੈਗਾ ਜੀ ਬੰਕਿਮ ਚੰਦਰ ਚੈਟਰਜੀ ਨੇ ਕੀ ਕੀਤੀ ਸੀ ਜੀ, ਆਨੰਦ ਮਠ ਲਿਖੀ ਸੀਗੀ। ਔਰ ਆਨੰਦ ਮਠ ਕਿਹੜੇ ਰਿਵੋਲਟ ਦੇ ਉੱਪਰ ਬੇਸ ਸੀ? ਆਨੰਦ ਮਠ ਸੀਗਾ ਜੀ ਸੰਨਿਆਸੀ ਰਿਵੋਲਟ ਦੇ ਉੱਪਰ ਬੇਸ ਸੀ। ਠੀਕ ਹੈ ਜੀ, ਇਹ ਸੀਗਾ ਆਪਣਾ। ਉਸ ਤੋਂ ਨੈਕਸਟ ਹੈਗਾ ਜੀ,
हु अमंग द फॉलोइंग अटेंडेड ऑल 3 राउंड टेबल कॉन्फ्रेंस। ये काफ़ी इंपॉर्टेंट क्वेश्चन है कि किहड़ा वो परसन सीगा जिन्हें तीनों राउंड टेबल जिहड़ियां कॉन्फ्रेंस सीगियां वो अटेंड कीतियां सीगियां। ऑप्शन दे विच बी आर अंबेडकर जी दिते हुए ने जी, ठीक है जी, मदन मोहन मालवीया जी दिते हुए ने, वल्लभ भाई पटेल जी दिते हुए ने और महात्मा गांधी। तो इहदा जिहड़ा एग्जैक्ट आंसर हैगा जी अपने पास कौन है जी, बी आर अंबेडकर। हाँ जी, बी आर अंबेडकर ने की कीतियां ने तीनों राउंड टेबल कॉन्फ्रेंस है जिहड़ियां अटेंड कीतियां ने। तो इन्हां बारे भी आपां थोड़ा जिहा देख लैंदे आ तीनों आरटीसी बारे। जिहड़ा फर्स्ट आरटीसी सीगा ਉਹਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਪਾਰਟਿਸਿਪੇਟ ਨਹੀਂ ਕੀਤਾ ਸੀਗਾ, ਔਰ ਜਿਹੜੀ ਸੈਕਿੰਡ ਰਾਊਂਡ ਟੇਬਲ ਕਾਨਫਰੰਸ ਸੀ ਉਹਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਵੀ ਪਾਰਟਿਸਿਪੇਟ ਕੀਤਾ ਸੀ, ਇੰਡੀਅਨ ਨੈਸ਼ਨਲ ਕਾਂਗਰਸ ਨੇ ਪਾਰਟਿਸਿਪੇਟ ਕੀਤਾ ਸੀਗਾ, ਠੀਕ ਹੈ ਜੀ, ਐਨੀ ਬਿਸੈਂਟ ਨੇ ਵੀ ਪਾਰਟਿਸਿਪੇਟ ਕੀਤਾ ਸੀਗਾ। ਔਰ ਉਸ ਤੋਂ ਬਾਅਦ ਜਿਹੜੇ ਬੀ ਆਰ ਅੰਬੇਦਕਰ ਜੀ ਸੀਗੇ ਜੀ, ਇਹ ਕੀ ਸੀਗੇ ਤਿੰਨੋਂ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ, ਪਾਰਟਿਸਿਪੇਟ ਕੀਤਾ ਸੀਗਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈਗਾ ਜੀ ਆਪਣੇ ਪਾਸ, ਔਨ ਸੈਪਟੈਂਬਰ 20 1932 ਮਹਾਤਮਾ ਗਾਂਧੀ ਬਿਗੇਨ ਅ ਫਾਸਟ ਐਂਡ ਟੂ ਡੈਥ ਇਨ ਦਾ ਇਰਾਵਾਦਾ ਜੇਲ੍ਹ ਅਗੇਂਸਟ। ਤਾਂ 1932 ਦੇ ਵਿੱਚ ਜਦੋਂ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਸੈਕਿੰਡ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਮਹਾਤਮਾ ਗਾਂਧੀ ਜੀ ਗਏ ਸੀਗੇ ਤੇ ਇਹਨਾਂ ਨੇ ਆਪਣੀਆਂ ਕਾਫੀ ਸਾਰੀਆਂ ਡਿਮਾਂਡ ਸੀਗੀਆਂ ਬ੍ਰਿਟਿਸ਼ ਗਵਰਨਮੈਂਟ ਦੇ ਅੱਗੇ ਰੱਖੀਆਂ ਸੀਗੀਆਂ। ਤਾਂ ਉਹਨਾਂ ਨੇ ਇਹਨਾਂ ਦੀਆਂ ਡਿਮਾਂਡਸ ਵੱਲ ਧਿਆਨ ਨਹੀਂ ਦਿੱਤਾ ਤਾਂ ਇਹ ਵਾਪਸ ਇੰਡੀਆ ਆ ਗਏ ਤੇ ਇਹਨਾਂ ਨੇ ਆਪਣੀ ਜਿਹੜੀ ਸਿਵਲ ਡਿਸਓਬੀਡੈਂਟ ਮੂਵਮੈਂਟ ਹੈ ਉਹਨੂੰ ਰਿਜ਼ਿਊਮ ਕਰ ਲਿਆ ਸੀਗਾ, ਠੀਕ ਹੈ ਜੀ, ਸ਼ੁਰੂ ਕਰਤਾ ਸੀਗਾ ਦੁਬਾਰਾ। ਤਾਂ ਉਸ ਤੋਂ ਬਾਅਦ ਕੀ ਕੀਤਾ ਜੀ, ਗਾਂਧੀ ਜੀ ਨੂੰ ਅਰੈਸਟ ਕਰਕੇ ਕੀ ਕਰ ਦਿੱਤਾ ਗਿਆ ਸੀਗਾ, ਪੂਨਾ ਜੇਲ੍ਹ ਦੇ ਵਿੱਚ ਮਤਲਬ ਉਹਨਾਂ ਨੂੰ ਜੇਲ੍ਹ ਕਰ ਦਿੱਤੀ ਗਈ ਸੀਗੀ। ਤਾਂ ਉਸ ਜੇਲ੍ਹ ਦੇ ਵਿੱਚ ਗਾਂਧੀ ਜੀ ਕੀ ਬੈਠ ਗਏ ਸੀਗੇ, ਫਾਸਟ ਐਂਡ ਟੂ ਡੈਥ ਤੇ ਬੈਠ ਗਏ ਸੀਗੇ। ਤੇ ਉਹ ਕੀ ਕਾਰਨ ਕੀ ਸੀਗਾ ਜੀ ਉਹਨਾਂ ਦਾ ਫਾਸਟ ਐਂਡ ਟੂ ਡੈਥ ਤੇ ਬੈਠਣ ਦਾ, ਉਹ ਕੁਐਸਚਨ ਇਹ ਪੁੱਛਿਆ ਗਿਆ, ਠੀਕ ਹੈ ਜੀ। ਇੱਥੇ ਕਾਹਦੇ ਲਈ ਜੀ, ਰਿਪਰੈਸ਼ਨ ਆਫ ਸੱਤਿਆਗ੍ਰਾਹੀਜ਼ ਨੂੰ ਰਿਪਰੈਸ ਕਰਨ ਦੇ ਲਈ, ਠੀਕ ਹੈ ਜੀ, ਜਾਂ ਫਿਰ ਵਾਇਲੇਸ਼ਨ ਹੋਇਆ ਗਾਂਧੀ ਇਰਵਿਨ ਪੈਕਟ ਦਾ, ਜਾਂ ਫਿਰ ਕਮਿਊਨਲ ਅਵਾਰਡ ਦੇ ਕਰਕੇ, ਜਾਂ ਫਿਰ ਆਪਣੇ ਰਾਈਟਸ ਹੋਏ ਸੀਗੇ ਕਲਕੱਤਾ ਦੇ ਵਿੱਚ। ਤਾਂ ਇਹਦਾ ਐਕਚੁਅਲ ਆਨਸਰ ਜਿਹੜਾ ਐਗਜ਼ੈਕਟ ਆਨਸਰ ਹੈ ਉਹ ਹੈਗਾ ਜੀ ਆਨਸਰ ਸੀ, ਕਿਉਂਕਿ ਉਸ ਟਾਈਮ ਦੇ ਵਿੱਚ ਰੈਮਸੇ ਮੈਕਡੋਨਲਡ ਨੇ ਕਮਿਊਨਲ ਅਵਾਰਡ ਜਾਰੀ ਕਰਤਾ ਸੀਗਾ। ਕਮਿਊਨਲ ਅਵਾਰਡ ਕੀ ਸੀਗਾ, ਜਿਹਦੇ ਵਿੱਚ ਜਿਹੜੇ ਡਿਪਰੈਸਡ ਕਲਾਸ ਸੀਗੇ ਉਹਨਾਂ ਨੂੰ ਸੈਪਰੇਟ ਇਲੈਕਟੋਰੇਟ ਦੇਣ ਦੀ ਗੱਲ ਹੋਈ ਸੀ। ਬੀ ਆਰ ਅੰਬੇਦਕਰ ਜੀ ਇਸ ਦੇ ਫੇਵਰ ਦੇ ਵਿੱਚ ਸੀਗੇ, ਠੀਕ ਹੈ ਜੀ, ਪਰ ਗਾਂਧੀ ਜੀ ਨੂੰ ਇੱਦਾਂ ਸੀਗਾ ਕਿ ਸੁਸਾਇਟੀ ਦਾ ਪਹਿਲਾਂ ਹੀ ਹਿੰਦੂ ਮੁਸਲਿਮ ਦੇ ਵਿੱਚ ਡਿਵਾਈਡ ਹੋ ਚੁੱਕੀ ਹੈ ਕਿ ਇੱਕ ਥਰਡ ਹੋਰ ਨਵੀਂ ਜਿਹੜੀ ਕਮਿਊਨਿਟੀ ਆ ਉਹ ਬਣ ਜਾਏਗੀ ਅਗਰ ਸੈਪਰੇਟ ਇਲੈਕਟੋਰੇਟ ਜਾਰੀ ਹੋ ਗਿਆ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਬੀ ਆਰ ਅੰਬੇਦਕਰ ਜੀ ਨੇ ਗਾਂਧੀ ਜੀ ਨੂੰ ਮਨਾਇਆ, ਪਰ ਇਹ ਕਮਿਊਨਲ ਅਵਾਰਡ ਇੱਦਾਂ ਸੈਪਰੇਟ ਇਲੈਕਟੋਰੇਟ ਨਹੀਂ ਦਿੱਤਾ ਗਿਆ ਸੀਗਾ। ਉਸ ਟਾਈਮ ਦੇ ਵਿੱਚ ਫਿਰ ਰਿਜ਼ਰਵੇਸ਼ਨ ਜਾਰੀ ਕਰ ਦਿੱਤੀ ਗਈ ਸੀਗੀ, ਠੀਕ ਹੈ ਜੀ, ਜਿਹੜੇ ਆਪਣੇ ਡਿਪਰੈਸਡ ਕਲਾਸ ਦੇ ਲਈ। ਤਾਂ ਇਸ ਜਿਹੜਾ ਪੈਕਟ ਹੋਇਆ ਸੀਗਾ, ਸਾਈਨ ਹੋਇਆ ਸੀਗਾ ਬੀ ਆਰ ਅੰਬੇਦਕਰ ਜੀ ਔਰ ਮਹਾਤਮਾ ਗਾਂਧੀ ਜੀ ਦੇ ਵਿੱਚ, ਉਹਨੂੰ ਕਿਹਾ ਜਾਂਦਾ ਪੂਨਾ ਪੈਕਟ। ਉਹ 1932 ਦੇ ਵਿੱਚ ਹੀ ਕੀ ਹੋਇਆ ਸੀਗਾ ਜੀ, ਸਾਈਨ ਹੋਇਆ ਸੀਗਾ। ਪਰ ਗਾਂਧੀ ਜੀ ਉਸ ਟਾਈਮ ਜੇਲ੍ਹ ਦੇ ਵਿੱਚ ਸੀਗੇ, ਤਾਂ ਗਾਂਧੀ ਜੀ ਸਾਈਡ ਤੋਂ ਕਿਹਨੇ ਸਾਈਨ ਕੀਤੇ ਸੀ, ਮਦਨ ਮੋਹਨ ਮਾਲਵੀਆ ਜੀ ਨੇ ਸਾਈਨ ਕੀਤੇ ਸੀਗੇ, ਠੀਕ ਹੈ ਜੀ। ਤੇ ਇਹ ਵੀ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਿਓ। ਨੈਕਸਟ ਕੁਐਸਚਨ ਹੈਗਾ ਜੀ ਆਪਣਾ, on February 20 1947 ਪ੍ਰਾਈਮ ਮਿਨਿਸਟਰ ਐਟਲੀ ਅਨਾਊਂਸ ਦਾ ਬ੍ਰਿਟਿਸ਼ ਗਵਰਨਮੈਂਟ ਡਿਸੀਜਨ ਟੂ ਵਿਡਰਾ ਫਰੋਮ ਇੰਡੀਆ ਲੇਟੈਸਟ ਬਾਈ। ਦੇਖੋ ਜੀ ਕਦੋਂ ਉਹਨਾਂ ਨੇ ਇਹ ਡਿਸਾਈਡ ਕਰ ਲਿਆ ਸੀਗਾ ਕਿ ਜਿਹੜੀਆਂ ਸਾਰੀਆਂ ਪਾਵਰਸ ਨੇ ਕੀ ਕਰ ਦੇਣੀਆਂ ਨੇ, ਇੰਡੀਅਨਸ ਨੂੰ ਟਰਾਂਸਫਰ ਕਰ ਦੇਣੀਆਂ ਨੇ, ਕਿ ਉਹਨਾਂ ਨੇ ਲੀਵ ਕਰ ਦੇਣਾ ਜੀ ਇੰਡੀਆ ਨੂੰ। ਤਾਂ ਉਹਦੀ ਡੇਟ ਪੁੱਛੀ ਹੈ ਜੀ। ਤਾਂ ਜਿਹੜੀਆਂ ਆਪਸ਼ਨ ਦਿੱਤੀਆਂ ਹੋਈਆਂ ਨੇ, ਅਗਸਤ 1947 ਦਿੱਤੀ ਹੋਈ ਹੈ, ਜਨਵਰੀ 1948 ਦਿੱਤੀ ਹੋਈ ਹੈ, ਜੂਨ 1948 ਜਾਂ ਅਗਸਤ 1948। ਤਾਂ ਐਕਚੁਅਲ ਜਿਹੜੀ ਡੇਟ ਸੀਗੀ ਜੀ ਉਹ ਸੀਗੀ ਜੂਨ 1948। ਤਾਂ ਇਹ ਚੀਜ਼ ਧਿਆਨ ਰੱਖਿਓ, ਜੂਨ 1948 ਦੇ ਵਿੱਚ ਉਹਨਾਂ ਨੇ ਇਹ ਚੀਜ਼ ਕੀ ਸੀਗੀ, ਡਿਕਲੇਅਰ ਕੀਤੀ ਸੀਗੀ ਕਿ ਟ੍ਰਾਂਸਫਰ ਕਰ ਦੇਣੀਆਂ ਨੇ ਪਾਵਰ ਸਾਰੀਆਂ, ਠੀਕ ਹੈ ਜੀ। ਜਿਹੜਾ ਨੈਕਸਟ ਕੁਐਸਚਨ ਹੈਗਾ ਜੀ, ਹੁਣ ਆਪਣੇ ਪਾਸ ਨੈਕਸਟ ਕੁਐਸਚਨ ਆ ਜਾਂਦਾ ਜੀ ਨਿਊਜ਼ਪੇਪਰ ਦੇ ਉੱਪਰ। ਇਹਦੇ ਵਿੱਚ ਕੁਝ ਸਮਝਾਉਣ ਵਾਲਾ ਨਹੀਂ ਹੈਗਾ। ਇਹ ਪੁੱਛਿਆ ਹੈਗਾ ਕਿ ਕਿਹੜਾ ਨਿਊਜ਼ਪੇਪਰ ਕਿਹਦੇ ਦੁਆਰਾ ਮਤਲਬ ਲਿਖਿਆ, ਮਤਲਬ ਐਡਿਟ ਕੀਤਾ ਗਿਆ, ਠੀਕ ਹੈ, ਐਡੀਟਰ ਬਾਰੇ ਪੁੱਛਿਆ ਗਿਆ, ਉਹਦੇ ਵਿੱਚ ਮੈਚ ਕਰਨੇ ਆ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਤੁਸੀਂ ਖੁਦ ਦਿਓਗੇ ਜੀ ਕਮੈਂਟ ਸੈਕਸ਼ਨ ਦੇ ਵਿੱਚ। ਇਸ ਵਿੱਚ ਕੁਝ ਵੀ ਸਮਝਾਉਣ ਵਾਲਾ ਨਹੀਂ ਹੈਗਾ। ਹੁਣ ਆਪਾਂ ਨੈਕਸਟ ਕੁਐਸਚਨ ਦੇ ਉੱਪਰ ਚੱਲਦੇ ਹਾਂ ਜੀ। ਇਹਦੇ ਵਿੱਚ ਪੁੱਛਿਆ ਹੋਇਆ ਜੀ, ਹੁਣ ਇਹਦੇ ਵਿੱਚ ਕੁਐਸਚਨ ਦੇ ਵਿੱਚ ਭਗਤ ਸਿੰਘ ਬਾਰੇ ਕੁਐਸਚਨ ਹੈ ਜੀ। ਇਹਦੇ ਵਿੱਚ ਕਿਹੜੀਆਂ ਸਟੇਟਮੈਂਟਸ ਦਿੱਤੀਆਂ ਹੋਈਆਂ ਨੇ, ਠੀਕ ਹੈ ਜੀ। ਇਹਦੇ ਵਿੱਚੋਂ ਨੋਟ ਪੁੱਛਿਆ ਗਿਆ, ਠੀਕ ਹੈ ਜੀ। ਪਹਿਲਾਂ ਤਾਂ ਆਪਾਂ ਨੇ ਇਹ ਵੀ ਚੀਜ਼ ਧਿਆਨ ਦੇ ਵਿੱਚ ਰੱਖਣੀ ਹੁੰਦੀ ਹੈ ਕਿ ਕੁਐਸਚਨ ਦੇ ਵਿੱਚ ਅਗਰ ਨੋਟ ਦਿੱਤਾ ਹੋਇਆ ਤਾਂ ਉਸ ਕੁਐਸਚਨ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਆਪਾਂ ਨੇ ਸੋਲਵ ਕਰਨਾ ਹੁੰਦਾ। ਤਾਂ ਫਸਟ ਸਟੇਟਮੈਂਟ ਹੈਗੀ ਹੈ ਜੀ, ਹੀ ਵਾਸ ਬੋਰਨ ਇਨ ਸੰਧੂ ਜੱਟ ਫੈਮਿਲੀ ਇਨ 1907 ਐਂਡ ਸਟੱਡੀ ਐਟ ਦਯਾਨੰਦ ਐਂਗਲੋ ਵੈਦਿਕ ਸਕੂਲ ਇਨ ਲਾਹੌਰ, ਠੀਕ ਹੈ ਜੀ। ਤਾਂ ਇਹ ਫਸਟ ਸਟੇਟਮੈਂਟ ਇਹ ਦਿੱਤੀ ਹੋਈ ਆ। ਹੀ ਫਾਊਂਡ ਦਾ ਪੰਜਾਬੀ ਨੌਜਵਾਨ ਸਭਾ ਇਨ 1926 ਐਂਡ ਹਿਮਸੈਲਫ ਵਾਸ ਦਾ ਸੈਕਟਰੀ, ਠੀਕ ਹੈ, ਖੁਦ ਸੀਗੇ ਜੀ ਉਹ ਇਹਦੇ ਮੇਨ ਜਿਹੜੇ ਚੇਅਰਮੈਨ ਸੀਗੇ। ਹੀ ਅਸੈਸੀਨੇਟ ਦਾ ਸੁਪਰੀਡੈਂਡੈਂਟ ਆਫ ਪੁਲਿਸ ਮਿਸਟਰ ਸਕਾਟ ਇਨ 1928, ਇੱਕ ਇਹ ਸਟੇਟਮੈਂਟ ਦਿੱਤੀ ਹੋਈ ਹੈ। ਹੀ ਥ੍ਰੂ ਬੋਮ ਇਨ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਅਗੇਂਸਟ ਦਾ ਪੈਸੇਜ ਆਫ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਲਈ, ਠੀਕ ਹੈ ਜੀ। ਤਾਂ ਦੇਖੋ ਇਹ ਚਾਰ ਸਟੇਟਮੈਂਟਸ ਨੇ, ਇਹਦੇ ਵਿੱਚ ਆਪਾਂ ਨੇ ਇਹ ਫਾਈਂਡ ਆਊਟ ਕਰਨਾ ਕਿ ਇਹਨਾਂ ਦੇ ਵਿੱਚੋਂ ਜਿਹੜੀ ਰੋਂਗ ਸਟੇਟਮੈਂਟ ਉਹ ਕਿਹੜੀ ਹੈ। ਤਾਂ ਦੇਖੋ ਜੀ ਫਸਟ ਸਟੇਟਮੈਂਟ 1907 ਦੇ ਵਿੱਚ ਉਹਨਾਂ ਦਾ ਬਰਥ ਹੋਇਆ ਸੀਗਾ, ਸੰਧੂ ਜੱਟ ਫੈਮਿਲੀ ਦੇ ਵਿੱਚ ਸੀਗੇ ਜੀ। ਤਾਂ DAV ਸਕੂਲ ਲਾਹੌਰ
ਲਾਹੌਰ ਤੋਂ ਉਹਨਾਂ ਦੀ ਐਜੂਕੇਸ਼ਨ ਹੋਈ ਹੈ ਜੀ, ਇਹ ਬਿਲਕੁਲ ਸਹੀ ਹੈ। ਆਫਟਰ ਦੈਟ ਅਗਰ ਆਪਾਂ ਸੈਕਿੰਡ ਗੱਲ ਕਰੀਏ ਜੀ, ਸੈਕਿੰਡ ਸਟੇਟਮੈਂਟ ਤਾਂ ਪੰਜਾਬੀ ਨੌਜਵਾਨ ਸਭਾ ਹੈ ਉਹਨਾਂ ਨੇ ਫਾਰਮ ਕੀਤੀ ਹੈ 1926 ਦੇ ਵਿੱਚ, ਇਹ ਵੀ ਬਿਲਕੁਲ ਸਹੀ ਸਟੇਟਮੈਂਟ ਹੈ। ਤਾਂ ਥਰਡ ਆਪਣੇ ਪਾਸ ਆ ਜਾਂਦੀ ਹੈ, ਹੀ ਅਸੈਸੀਨੇਟਡ ਮਿਸਟਰ ਸਕਾਟ ਇਨ 1928। ਤਾਂ ਦੇਖੋ ਜੀ ਉਹਨਾਂ ਨੇ ਜਿਹੜਾ 1928 ਜਿਹੜਾ ਇਹ ਮਾਰਿਆ ਸੀਗਾ, ਉਹ ਆਪਾਂ ਨੂੰ ਪਤਾ ਹੈ ਜੀ ਸਕਾਟ ਨੂੰ ਨਹੀਂ ਮਾਰਿਆ ਸੀਗਾ, ਸਕਾਟ ਉਹਨਾਂ ਦਾ ਜਿਹੜਾ ਟਾਰਗੇਟ ਸੀਗਾ, ਪਰ ਜਿਹੜਾ ਉਹਨਾਂ ਦਾ ਮਰਡਰ ਕੀਤਾ ਸੀਗਾ ਉਹ ਕਿਹਦਾ ਕੀਤਾ ਸੀਗਾ, ਸੌਂਡਰਸ ਦਾ ਮਰਡਰ ਕੀਤਾ ਸੀਗਾ। ਠੀਕ ਹੈ ਜੀ, ਸੌਂਡਰਸ ਕੌਣ ਸੀਗਾ, ਜਿਹਨੇ ਜਦੋਂ ਸਾਈਮਨ ਕਮਿਸ਼ਨ ਦਾ ਪ੍ਰੋਟੈਸਟ ਹੋ ਰਿਹਾ ਸੀਗਾ, ਜਿਹਨੇ ਲਾਲਾ ਲਾਜਪਤ ਰਾਏ ਜੀ ਨੂੰ ਜਿਹੜੀ ਲਾਠੀ ਸੀਗੀ ਮਾਰੀ ਸੀ, ਆਫਟਰ ਦੈਟ ਉਹਨਾਂ ਦੀ ਡੈਥ ਹੋ ਗਈ ਸੀਗੀ। ਤਾਂ ਉਸ ਦਾ ਹੀ ਇਹਨਾਂ ਨੇ ਕੀ ਲਿਆ ਸੀਗਾ ਜੀ, ਰਿਵੈਂਜ ਲਿਆ ਸੀਗਾ। ਪਰ ਜਿਹੜਾ ਆਰਡਰ ਸੀਗਾ ਮਿਸਟਰ ਸਕਾਟ ਨੇ ਦਿੱਤਾ ਸੀਗਾ, ਤਾਂ ਰੀਅਲ ਟਾਰਗੇਟ ਮਿਸਟਰ ਸਕਾਟ ਸੀਗਾ, ਪਰ ਇਹਨਾਂ ਨੇ ਮਾਰਿਆ ਕਿਹਨੂੰ ਜੀ, ਸੌਂਡਰਸ ਨੂੰ ਮਾਰਿਆ। ਤਾਂ ਇਹ ਵਾਲੀ ਥਰਡ ਸਟੇਟਮੈਂਟ ਕੀ ਹੋ ਗਈ ਜੀ ਆਪਣੇ ਪਾਸ, ਗਲਤ ਹੋ ਗਈ। ਉਸ ਤੋਂ ਬਾਅਦ ਫੋਰਥ ਸਟੇਟਮੈਂਟ ਨੂੰ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਜਿਹੜਾ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਬੰਬ ਥਰੋ ਕੀਤਾ ਸੀਗਾ, ਉਹ ਕਾਦੇ ਲਈ ਕੀਤਾ ਸੀਗਾ, ਕੀ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਲਈ ਕੀਤਾ ਸੀ, ਨਹੀਂ ਜੀ। ਉਹਨਾਂ ਨੇ ਦੋ ਜਿਹੜੇ ਬਿੱਲ ਸੀਗੇ, ਇੱਕ ਦਾ ਨਾਮ ਸੀਗਾ, ਇੱਕ ਬਿੱਲ ਦਾ ਨਾਮ ਸੀਗਾ ਜੀ ਪਬਲਿਕ ਸੇਫਟੀ ਬਿੱਲ ਔਰ ਟ੍ਰੇਡ ਬਿੱਲ, ਦੋਨੋਂ ਬਿੱਲ ਦੇ ਲਈ ਉਹਨਾਂ ਨੇ ਕੀ ਕੀਤਾ ਸੀਗਾ ਜੀ, ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਬੰਬ ਥਰੋ ਕੀਤਾ ਸੀਗਾ। ਤਾਂ ਇਹ ਵੀ ਸਟੇਟਮੈਂਟ ਆਪਣੇ ਪਾਸ ਕੀ ਹੋ ਗਈ ਜੀ, ਗਲਤ ਹੋ ਗਈ। ਤਾਂ ਉਹਨਾਂ ਨੇ ਕੀ ਪੁੱਛਿਆ ਕਿ ਕਿਹੜੀ ਸਟੇਟਮੈਂਟ ਇਹਨਾਂ ਦੇ ਵਿੱਚੋਂ ਰੋਂਗ ਨਹੀਂ ਹੈਗੀ, ਤਾਂ ਆਪਣੇ ਆਨਸਰ ਕੀ ਹੈ ਜੀ ਆਪਣੇ ਸਾਹਮਣੇ ਆ ਗਏ। ਠੀਕ ਹੈ ਜੀ, ਹੁਣ ਆਪਾਂ ਚੱਲਦੇ ਹਾਂ ਜੀ ਇਸ ਤੋਂ ਨੈਕਸਟ ਕੁਐਸਚਨ ਦੇ ਵਿੱਚ। ਇਹਨਾਂ ਨੇ ਪੁੱਛਿਆ ਹੋਇਆ ਜੀ ਕਿ ਰੋਬਰਟ ਕਲਾਈਵ ਵਾਸ ਦਾ ਫਸਟ ਗਵਰਨਰ ਜਨਰਲ ਆਫ ਬੰਗਾਲ। ਠੀਕ ਹੈ ਜੀ, ਇੱਕ ਤਾਂ ਫਸਟ ਸਟੇਟਮੈਂਟ ਇਹ ਦਿੱਤੀ ਹੋਈ ਹੈ। ਸੈਕਿੰਡ ਸਟੇਟਮੈਂਟ ਦਿੱਤੀ ਹੋਈ ਹੈ ਜੀ ਵਿਲੀਅਮ ਬੈਂਟਿੰਕ ਵਾਸ ਦਾ ਫਸਟ ਗਵਰਨਰ ਜਨਰਲ ਆਫ ਇੰਡੀਆ ਇਨ 1833 ਦੇ ਵਿੱਚ। ਤਾਂ ਦੇਖੋ ਜੀ ਜਿਹੜੇ ਫਸਟ ਗਵਰਨਰ ਜਨਰਲ ਆਫ ਬੰਗਾਲ ਬਣੇ ਸੀ, ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਉਹ ਰੈਗੂਲੇਟਿੰਗ ਐਕਟ ਆਫ 1773 ਦੇ ਅਕੋਰਡਿੰਗ ਕੀ ਸੀਗੇ ਜੀ, ਪਹਿਲਾਂ ਜਿਹੜਾ ਟਾਈਟਲ ਸੀਗਾ ਗਵਰਨਰ ਆਫ ਬੰਗਾਲ ਸੀਗਾ, ਉਸ ਤੋਂ ਬਾਅਦ ਇਹਦਾ ਜਿਹੜਾ ਟਾਈਟਲ ਸੀਗਾ 1773 ਦੇ ਐਕਟ ਦੇ ਥਰੂ ਚੇਂਜ ਕਰਕੇ ਗਵਰਨਰ ਜਨਰਲ ਆਫ ਬੰਗਾਲ ਕਰ ਦਿੱਤਾ ਗਿਆ ਸੀਗਾ। ਠੀਕ ਹੈ ਜੀ, ਤਾਂ ਜਿਹੜੇ ਪਹਿਲੇ ਸੀਗੇ ਗਵਰਨਰ ਜਨਰਲ ਆਫ ਬੰਗਾਲ ਸੀਗੇ ਉਹ ਕਿਹੜੇ ਸੀਗੇ ਜੀ, ਵਾਰਨ ਹੇਸਟਿੰਗ ਸੀਗੇ, ਨਾ ਕਿ ਰੋਬਰਟ ਕਲਾਈਵ ਸੀਗੇ। ਤਾਂ ਫਸਟ ਸਟੇਟਮੈਂਟ ਆਪਣੀ ਕੀ ਹੋ ਜਾਂਦੀ ਹੈ, ਰੋਂਗ ਹੋ ਜਾਂਦੀ ਹੈ। ਔਰ ਦੂਸਰੀ ਸਟੇਟਮੈਂਟ ਕੀ ਹੈ ਜੀ, ਵਿਲੀਅਮ ਬੈਂਟਿਕ ਸੀਗੇ ਜਿਹੜੇ ਫਸਟ ਗਵਰਨਰ ਜਨਰਲ ਸੀਗੇ ਆਫ ਇੰਡੀਆ ਦੇ 1833 ਦੇ ਐਕਟ ਦੇ ਥਰੂ। ਤਾਂ ਬਿਲਕੁਲ ਸਹੀ ਸਟੇਟਮੈਂਟ ਹੈ ਜੀ। ਠੀਕ ਹੈ ਜੀ, ਤਾਂ ਪਹਿਲੇ ਜਿਹੜੇ ਗਵਰਨਰ ਜਨਰਲ ਆਫ ਇੰਡੀਆ ਸੀਗੇ ਕੌਣ ਸੀਗੇ, ਵਿਲੀਅਮ ਬੈਂਟਿਕ ਸੀਗੇ। ਤਾਂ ਇਹਦਾ ਜਿਹੜਾ ਆਨਸਰ ਹੋ ਜਾਏਗਾ ਜੀ ਆਪਣੇ ਪਾਸ ਆਪਸ਼ਨ ਬੀ ਹੋ ਜਾਏਗੀ। ਠੀਕ ਹੈ ਜੀ, ਹੁਣ ਆਪਾਂ ਜਿਹੜਾ ਨੈਕਸਟ ਕੁਐਸਚਨ ਦੇਖਦੇ ਹਾਂ ਜੀ, ਨੈਕਸਟ ਕੁਐਸਚਨ ਕੀ ਕਹਿ ਰਿਹਾ ਜੀ, ਇਹਦੇ ਵਿੱਚ ਫਸਟ ਸਟੇਟਮੈਂਟ ਦਿੱਤੀ ਹੋਈ ਹੈ ਜੀ ਲਾਰਡ ਮਾਊਂਟ ਬੈਟਨ ਵਾਸ ਦਾ ਵਾਇਸਰਾਏ ਵੈਨ ਸ਼ਿਮਲਾ ਕਾਨਫਰੰਸ ਟੁਕ ਪਲੇਸ। ਕਿ ਜਦੋਂ ਸ਼ਿਮਲਾ ਕਾਨਫਰੰਸ ਹੋਈ ਸੀਗੀ ਤਾਂ ਉਸ ਟਾਈਮ ਦੇ ਵਿੱਚ ਲਾਰਡ ਮਾਊਂਟ ਬੈਟਨ ਸੀਗੇ ਜੀ। ਤਾਂ ਸੈਕਿੰਡ ਸਟੇਟਮੈਂਟ ਕੀ ਕਹਿ ਰਹੀ ਹੈ, ਇੰਡੀਅਨ ਨੇਵੀ ਰਿਵੋਲਟ 1946 ਟੁਕ ਪਲੇਸ ਵੈਨ ਦਾ ਇੰਡੀਅਨ ਸੇਲਰਸ ਇਨ ਦਾ ਰਾਇਲ ਇੰਡੀਅਨ ਨੇਵੀ ਐਟ ਬੰਬੇ ਐਂਡ ਕਰਾਚੀ ਰੋਜ਼ ਅਗੇਂਸਟ ਦਾ ਗਵਰਨਮੈਂਟ। ਤਾਂ ਦੇਖੋ ਜੀ ਫਸਟ ਸਟੇਟਮੈਂਟ ਦੇ ਵਿੱਚ ਸ਼ਿਮਲਾ ਕਾਨਫਰੰਸ ਦੇ ਟਾਈਮ ਕੀ ਪੁੱਛਿਆ ਗਿਆ ਜੀ, ਕਿਹੜੇ ਵਾਇਸਰਾਏ ਸੀਗੇ। ਤਾਂ ਲਾਰਡ ਮਾਊਂਟ ਬੈਟਨ ਦਾ ਅਗਰ ਆਪਾਂ ਧਿਆਨ ਨਾਲ ਦੇਖੀਏ ਤਾਂ ਲਾਰਡ ਮਾਊਂਟ ਬੈਟਨ ਕਦੋਂ ਸੀਗੇ ਜੀ, ਜਦੋਂ ਲਾਸਟ ਦੇ ਵਿੱਚ 1947 ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਮਾਊਂਟ ਬੈਟਨ ਪਲਾਨ ਆਇਆ। ਠੀਕ ਹੈ ਜੀ, ਤਾਂ ਇਹ ਤਾਂ ਗਲਤ ਹੈ ਜੀ। ਉਸ ਟਾਈਮ ਦੇ ਵਿੱਚ ਕੌਣ ਸੀਗੇ ਜੀ, ਲਾਰਡ ਵੈਵਲ ਸੀਗੇ ਜੀ। ਇਹ ਚੀਜ਼ ਧਿਆਨ ਰੱਖਣੀ ਹੈ, ਲਾਰਡ ਵੈਵਲ ਸੀਗੇ ਜਦੋਂ ਸ਼ਿਮਲਾ ਕਾਨਫਰੰਸ ਹੋਈ ਹੈ ਜੀ, ਉਸ ਟਾਈਮ ਦੇ ਵਿੱਚ ਲਾਰਡ ਵੈਵਲ ਸੀਗੇ ਵਾਇਸਰਾਏ। ਠੀਕ ਹੈ ਜੀ, ਉਸ ਤੋਂ ਬਾਅਦ ਸੈਕਿੰਡ ਸਟੇਟਮੈਂਟ ਕੀ ਕਹਿ ਰਿਹਾ ਜੀ, ਇੰਡੀਅਨ ਨੇਵੀ ਰਿਵੋਲਟ ਕਦੋਂ ਹੋਇਆ ਜੀ, 18 ਫਰਵਰੀ 1946 ਦੇ ਵਿੱਚ ਹੋਇਆ। ਬਿਲਕੁਲ ਸਹੀ ਆਪਾਂ ਨੂੰ ਦਿੱਤਾ ਹੋਇਆ ਜੀ ਡੇਟ। ਟੁਕ ਪਲੇਸ ਇਨ ਵੈਨ ਦਾ ਇੰਡੀਅਨ ਸੇਲਰਸ ਇਨ ਰਾਇਲ ਇੰਡੀਅਨ ਨੇਵੀ, ਬਿਲਕੁਲ ਸਹੀ ਹੈ ਜੀ। 18 ਫਰਵਰੀ 1946 ਨੂੰ ਰਾਇਲ ਇੰਡੀਅਨ ਨੇਵੀ ਬੰਬੇ ਦੀ ਬੈਰਕਪੁਰ ਛਾਵਨੀ ਤੋਂ ਕੀ ਕੀਤਾ ਸੀਗਾ ਜੀ, ਇਹਨਾਂ ਨੇ ਜਿਹੜਾ ਰੈਜੀਮੈਂਟ ਤੋਂ ਉੱਥੋਂ ਇਹਨਾਂ ਨੇ ਰਿਵੋਲਟ ਕੀਤਾ ਸੀਗਾ। ਕਿਉਂ, ਕਿਉਂਕਿ ਇਹਨਾਂ ਦੇ ਨਾਲ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੋ ਰਿਹਾ ਸੀਗਾ, ਇਹਨਾਂ ਨੂੰ ਅੱਛੀ ਕੁਆਲਿਟੀ ਦਾ ਫੂਡ ਨਹੀਂ ਦਿੱਤਾ ਜਾਂਦਾ ਸੀਗਾ, ਔਰ ਇਹਨਾਂ ਦੀ ਜਿਹੜੀ ਸੈਲਰੀ ਸੀਗੀ ਉਹ ਵੀ ਕੀ ਸੀਗੀ, ਜਿਹੜੇ ਬ੍ਰਿਟਿਸ਼ਰ ਸੀਗੇ ਉਹਨਾਂ ਦੇ ਨਾਲੋਂ, ਬ੍ਰਿਟਿਸ਼ਰ ਸੋਲਜਰ ਸੀਗੇ ਉਹਨਾਂ ਦੇ ਨਾਲੋਂ ਘੱਟ ਸੀਗੀ। ਠੀਕ ਹੈ ਜੀ, ਤਾਂ ਇਹਦੇ ਵਿੱਚ ਫਸਟ ਸਟੇਟਮੈਂਟ ਆਪਣੀ ਕੀ ਹੋ ਜਾਂਦੀ ਹੈ ਜੀ, ਤਾਂ ਗਲਤ ਹੋ ਜਾਂਦੀ ਹੈ ਕਿਉਂਕਿ ਉਸ ਟਾਈਮ ਲਾਰਡ ਵੈਵਲ ਸੀਗੇ। ਤਾਂ ਸੈਕਿੰਡ ਸਟੇਟਮੈਂਟ ਆਪਣੀ ਸਹੀ ਹੋ ਜਾਂਦੀ ਹੈ। ਤਾਂ ਇਹਦਾ ਆਨਸਰ ਕੀ ਆ ਜਾਏਗਾ ਜੀ ਆਪਣੇ ਪਾਸ 2 ਓਨਲੀ। ਠੀਕ ਹੈ ਜੀ, ਤਾਂ ਇਹ ਸੀਗਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ। ਇਹਦੇ ਵਿੱਚ ਆਪਣੇ ਪਾਸ ਪੁੱਛਿਆ ਗਿਆ ਜੀ ਆਪਣੇ ਤੋਂ ਗਦਰ ਪਾਰਟੀ ਬਾਰੇ। ਠੀਕ ਹੈ ਜੀ, ਗਦਰ ਪਾਰਟੀ ਕੀ ਸੀਗੀ ਜੀ, ਉਹਦੀਆਂ ਆਪਸ਼ਨਸ ਪੁੱਛੀਆਂ ਹੋਈਆਂ ਨੇ ਕਿ ਗਦਰ ਪਾਰਟੀ ਫਸਟ ਆਪਸ਼ਨ ਕੀ ਕਹਿ ਰਹੀ ਹੈ ਜੀ, ਰੈਵੋਲੂਸ਼ਨਰੀ ਐਸੋਸੀਏਸ਼ਨ ਸੀਗੀ ਇੰਡੀਅਨਸ ਦੀ, ਜਿਹਦਾ ਹੈਡਕੁਆਟਰ ਕਿੱਥੇ ਸੀਗਾ, ਸੈਨ ਫਰਾਂਸਿਸਕੋ ਦੇ ਵਿੱਚ ਸੀਗਾ। ਫਸਟ ਦਾ ਇਹ ਹੈ ਜੀ। ਸੈਕਿੰਡ ਕੀ ਕਿਹਾ ਹੋਇਆ ਜੀ ਆਪਸ਼ਨ ਦੇ ਵਿੱਚ, ਇਹਨਾਂ ਨੇ ਨੈਸ਼ਨਲਿਸਟ ਆਰਗੇਨਾਈਜੇਸ਼ਨ ਸੀਗੀ ਆਪਰੇਟਿੰਗ ਫਰੋਮ ਸਿੰਗਾਪੁਰ ਤੋਂ ਆਪਰੇਟ ਕੀਤੀ ਜਾ ਰਹੀ ਸੀਗੀ, ਜਾਂ ਨੈਸ਼ਨਲਿਸਟ ਕੋਈ ਆਰਗੇਨਾਈਜੇਸ਼ਨ ਸੀਗੀ ਜਿਹਦਾ ਹੈਡਕੁਆਟਰ ਕਿੱਥੇ ਸੀਗਾ ਜੀ, ਬਰਲਿਨ ਤੋਂ ਸੀਗਾ। ਤਾਂ ਇੱਕ ਫੋਰਥ ਆਪਸ਼ਨ ਦਿੱਤੀ ਹੋਈ ਹੈ ਜੀ ਕਮਿਊਨਿਸਟ ਮੂਵਮੈਂਟ ਫॉर ਇੰਡੀਆਜ਼ ਫਰੀडम ਵਿਦ ਹੈਡਕੁਆਟਰ ਐਟ ਤਾਸ਼ਕੈਂਟ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਐਗਜ਼ੈਕਟ ਆਪਾਂ ਨੂੰ ਪਤਾ ਹੋਏਗਾ ਜੀ, ਇਹਦਾ ਆਨਸਰ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਜਿਹੜੀ ਗਦਰ ਪਾਰਟੀ ਸੀਗੀ ਜਿਹੜਾ ਉਹਦਾ ਹੈਡਕੁਆਟਰ ਸੀਗਾ ਉਹ ਕਿੱਥੇ ਸੀਗਾ ਜੀ, ਸੈਨ ਫਰਾਂਸਿਸਕੋ ਦੇ ਵਿੱਚ ਸੀਗਾ। ਤਾਂ ਉਹਦੇ ਅਕੋਰਡਿੰਗ ਆਪਣੀ ਜਿਹੜੀ ਫਸਟ ਸਟੇਟਮੈਂਟ ਆ ਉਹ ਕੀ ਹੋ ਜਾਂਦੀ ਹੈ ਜੀ, ਸਹੀ ਹੋ ਜਾਂਦੀ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਕੀ ਹੈ ਜੀ, ਵਿਚ ਵਨ ਆਫ ਦਾ ਫੋਲੋਇੰਗ ਬਿਗਿਨ ਵਿਦ ਦਾ ਡਾਂਡੀ ਮਾਰਚ। ਜਦੋਂ ਡਾਂਡੀ ਮਾਰਚ ਹੋਇਆ ਜੀ
ਉਹਦੇ ਨਾਲ ਕਿਹੜੀ ਜਿਹੜੀ ਮੂਵਮੈਂਟ ਹੈ ਜਿਹੜੀ ਹੋਰ ਸ਼ੁਰੂ ਹੋਈ ਹੈ। ਦੇਖੋ ਜੀ ਡਾਂਡੀ ਮਾਰਚ ਆਪਾਂ ਨੂੰ ਪਤਾ ਹੈ ਕਿ 1930 ਦੇ ਵਿੱਚ ਸਿਵਲ ਡਿਸਓਬੀਡੀਐਂਟ ਮੂਵਮੈਂਟ ਸ਼ੁਰੂ ਹੋਈ ਸੀਗੀ, ਠੀਕ ਹੈ ਜੀ। ਜਦੋਂ ਗਾਂਧੀ ਜੀ ਨੇ ਡਾਂਡੀ ਮਾਰਚ ਸ਼ੁਰੂ ਕੀਤਾ ਸੀਗਾ, ਠੀਕ ਹੈ ਜੀ, ਸਾਬਰਮਤੀ ਆਸ਼ਰਮ ਤੋਂ ਡਾਂਡੀ ਟਾਊਨ ਦੇ ਵਿੱਚ ਗੁਜਰਾਤ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਸੀਗਾ, ਤਾਂ ਓਬਵੀਅਸਲੀ ਤਾਂ ਡਾਂਡੀ ਮਾਰਚ ਦੇ ਨਾਲ ਕਿਹੜੀ ਮੂਵਮੈਂਟ ਨਾਲ ਪੈਰਲਲ ਕਿਹੜੀ ਮੂਵਮੈਂਟ ਚੱਲ ਰਹੀ ਸੀਗੀ, ਸਿਵਲ ਡਿਸਓਬੀਡੀਐਂਟ ਮੂਵਮੈਂਟ, ਜਿਹੜੀ ਕਿ 1930 ਦੇ ਵਿੱਚ ਹੋਈ ਸੀਗੀ, ਠੀਕ ਹੈ। ਤਾਂ ਗਾਂਧੀ ਜੀ ਨੇ ਦੋ ਇੰਪੋਰਟੈਂਟ ਮੂਵਮੈਂਟਸ ਨੇ ਹਿਸਟਰੀ ਦੇ ਵਿੱਚ ਯਾਦ ਰੱਖਣੀਆਂ ਨੇ, ਇੱਕ ਸਿਵਲ ਡਿਸਓਬੀਡੀਐਂਟ ਮੂਵਮੈਂਟ ਸੀਗੀ 1930 ਦੇ ਵਿੱਚ ਹੋਈ ਸੀਗੀ, ਇੱਕ ਸੀਗੀ ਆਪਣੇ ਪਾਸ NCM ਨॉन ਕੋਆਪਰੇਟਿਵ ਮੂਵਮੈਂਟ, ਇਹ ਕਦੋਂ ਹੋਈ ਸੀਗੀ ਜੀ, ਆਪਣੇ ਪਾਸ 1920 ਦੇ ਵਿੱਚ ਹੋਈ ਸੀ। ਇਹਨਾਂ ਦੋ ਮੂਵਮੈਂਟਸ ਦੇ ਈਅਰ ਹੈ ਤੁਸੀਂ ਯਾਦ ਰੱਖਣੇ, ਕਈ ਵਾਰ ਕੁਐਸਚਨ ਦੇ ਵਿੱਚ ਪੁੱਛ ਲਏ ਜਾਂਦੇ ਆ, ਠੀਕ ਹੈ ਜੀ। ਇਹ ਸੀਗਾ। ਹੁਣ ਆਪਾਂ ਨੈਕਸਟ ਦੇਖਦੇ ਹਾਂ ਜੀ, ਹੋਰ ਕਿਹੜਾ ਕੁਐਸਚਨ ਹੈ। ਅਗਲਾ ਕੁਐਸਚਨ ਹੈਗਾ ਜੀ, ਹੂ ਅਮੰਗ ਦਾ ਫੋਲੋਇੰਗ ਯੂਜ਼ ਦਾ ਫਰੇਜ਼ ਅਨ ਬ੍ਰਿਟਿਸ਼ ਟੂ ਕ੍ਰਿਟੀਸਾਈਜ਼ ਦਾ ਇੰਗਲਿਸ਼ ਕੋਲੋਨੀਅਲ ਕੰਟਰੋਲ ਆਫ ਇੰਡੀਆ। ਦੇਖੋ ਜੀ ਇਹਦੇ ਵਿੱਚ ਜਿਹੜੀ ਆਪਸ਼ਨਸ ਨੇ ਉਹ ਦਿੱਤੀਆਂ ਹੋਈਆਂ ਨੇ, ਆਨੰਦ ਮੋਹਨ ਬੋਸ, ਬਦਰੁਦੀਨ ਤਿਆਬ ਜੀ, ਦਾਦਾ ਭਾਈ ਨਰੋਜੀ ਜਾਂ ਫਿਰੋਜ਼ ਸ਼ਾਹ ਮਹਿਤਾ। ਤਾਂ ਦੇਖੋ ਜੀ ਦਾਦਾ ਭਾਈ ਨਰੋਜੀ ਸੀਗੇ ਜਿਨ੍ਹਾਂ ਨੇ ਪੋਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ ਜਿਹੜੀ ਬੁੱਕ ਹੈ ਉਹ ਲਿਖੀ ਸੀਗੀ, ਠੀਕ ਹੈ ਜੀ। ਤਾਂ ਇਹਦਾ ਐਗਜ਼ੈਕਟ ਆਂਸਰ ਕੀ ਹੋਏਗਾ ਜੀ, ਆਪਣੇ ਪਾਸ C ਹੋਏਗਾ, ਠੀਕ ਹੈ ਜੀ। ਤਾਂ ਇਹ ਕੀ ਸੀਗੀ, ਇਹਨਾਂ ਨੇ ਡਰੇਨ ਥਿਊਰੀ ਆਫ ਵੈਲਥ ਵੀ ਦਿੱਤੀ ਸੀਗੀ। ਡਰੇਨ ਥਿਊਰੀ ਆਫ ਵੈਲਥ ਦਾ ਮਤਲਬ ਕੀ ਸੀਗਾ ਕਿ ਕਿੱਦਾਂ ਜਿਹੜੇ ਬ੍ਰਿਟਿਸ਼ਰ ਸੀਗੇ ਕਿੱਦਾਂ ਇੱਥੋਂ ਜਿਹੜਾ ਰॉ ਮਟੀਰੀਅਲ ਲੈ ਜਾਂਦੇ ਸੀਗੇ, ਰॉ ਮਟੀਰੀਅਲ ਲੈ ਕੇ ਜਿਹੜੀਆਂ ਉੱਥੇ ਬ੍ਰਿਟੇਨ ਦੀਆਂ ਫੈਕਟਰੀਜ਼ ਦੇ ਵਿੱਚ ਜਾ ਕੇ ਕੱਪੜਾ ਬਣਾ ਕੇ ਵਾਪਸ ਇੰਡੀਅਨ ਦੀ ਜਿਹੜੀ ਮਾਰਕੀਟ ਦੇ ਵਿੱਚ ਉਹਨੂੰ ਵੇਚ ਦਿੰਦੇ ਸੀਗੇ, ਠੀਕ ਹੈ। ਤਾਂ ਕਿੱਦਾਂ ਜਿਹੜਾ ਇੰਡੀਆ ਦਾ ਜਿਹੜਾ ਪੈਸਾ ਸੀਗਾ ਉਹ ਡਰੇਨ ਹੋ ਕੇ ਕਿੱਥੇ ਜਾ ਰਿਹਾ ਸੀਗਾ, ਬ੍ਰਿਟੇਨ ਦੇ ਵਿੱਚ ਜਾ ਰਿਹਾ ਸੀਗਾ। ਤਾਂ ਡਰੇਨ ਥਿਊਰੀ ਆਫ ਵੈਲਥ ਇਹਨਾਂ ਨੇ ਦਿੱਤੀ ਸੀ। ਪੋਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ ਇੱਕ ਬੁੱਕ ਸੀਗੀ, ਇਹ ਵੀ ਕਿਹਨੇ ਦਿੱਤੀ ਸੀਗੀ, ਦਾਦਾ ਭਾਈ ਨਰੋਜੀ ਨੇ ਲਿਖੀ ਸੀਗੀ। ਇਹਦੇ ਵਿੱਚ ਪਰ ਕੈਪੀਟਾ ਇਨਕਮ ਦੀ ਕੀ ਕੀਤੀ ਗਈ ਸੀ, ਉਸ ਟਾਈਮ ਦੇ ਵਿੱਚ ਇੰਡੀਆ ਦੀ ਗੱਲ ਕੀਤੀ ਗਈ ਸੀਗੀ, ਠੀਕ ਹੈ ਜੀ। ਨੈਕਸਟ ਕੁਐਸਚਨ ਆਪਣੇ ਪਾਸ ਹੈਗਾ ਜੀ, ਨੈਕਸਟ ਕੁਐਸਚਨ ਦੇ ਵਿੱਚ ਗੱਲ ਕੀਤੀ ਗਈ ਹੈ ਜੀ, ਗਾਂਧੀ ਜੀ ਸੈਂਟ ਐਨ 11 ਪੁਆਇੰਟ ਭੇਜੇ ਸੀਗੇ ਜੀ ਕਿਹਨਾਂ ਨੂੰ, ਲਾਰਡ ਇਰਵਿਨ ਨੂੰ, ਬਿਫੋਰ ਸਟਾਰਟਿੰਗ ਦਾ ਸਿਵਲ ਡਿਸਓਬੀਡੀਐਂਟ ਮੂਵਮੈਂਟ। ਕਿਹੜੇ ਇਹਨਾਂ ਦੇ ਵਿੱਚੋਂ ਨਹੀਂ ਹੈਗੇ, ਠੀਕ ਹੈ ਜੀ। ਤਾਂ ਦੇਖੋ ਜੀ ਗਾਂਧੀ ਜੀ ਨੇ ਲਾਰਡ ਇਰਵਿਨ ਨੂੰ ਇੱਕ ਲੈਟਰ ਲਿਖਿਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਆਪਣੀਆਂ ਡਿਮਾਂਡਸ ਨੂੰ ਕੀ ਕੀਤਾ ਸੀ, ਅੱਗੇ ਰੱਖਿਆ ਸੀਗਾ ਕਿ ਆਹ ਸਾਰੀਆਂ ਡਿਮਾਂਡਸ ਨੇ ਸਾਡੀਆਂ, ਠੀਕ ਹੈ ਜੀ। ਤਾਂ ਉਹਦੇ ਵਿੱਚੋਂ ਪੁੱਛਿਆ ਹੋਇਆ ਵਿਚ ਆਫ ਦਾ ਫੋਲੋਇੰਗ ਵਾਸ ਨਾਟ ਇਨਕਲੂਡਡ। ਉਹਨਾਂ ਦੇ ਵਿੱਚੋਂ ਹੁਣ ਦੇਖੋ ਡਿਮਾਂਡਸ ਅਗਰ ਤੁਸੀਂ ਸਹੀ ਤਰੀਕੇ ਦੇ ਨਾਲ ਪੜ੍ਹੀਆਂ ਹੋਣਗੀਆਂ ਵੀ ਉਹ ਕਿਹੜੀਆਂ ਡਿਮਾਂਡ ਸੀਗੀਆਂ, ਤਾਂ ਤੁਸੀਂ ਇਸ ਕੁਐਸਚਨ ਦਾ ਆਂਸਰ ਕਰ ਦੋਗੇ, ਠੀਕ ਹੈ ਜੀ। ਤਾਂ ਦੇਖੋ ਜੀ ਆਪਾਂ ਕੱਲੀ ਸਟੇਟਮੈਂਟ ਦੇਖਦੇ ਹਾਂ ਜੀ। ਪਹਿਲੀ ਸਟੇਟਮੈਂਟ ਹੈਗੀ ਹੈ ਜੀ 50% ਰਿਡਕਸ਼ਨ ਇਨ ਲੈਂਡ ਰੈਵਨਿਊ ਐਂਡ ਅਬੋਲਿਸ਼ ਆਫ ਸਾਲਟ ਟੈਕਸ ਐਂਡ ਗਵਰਨਮੈਂਟ ਸਾਲਟ ਮੋਨੋਪਲੀ, ਠੀਕ ਹੈ ਜੀ। ਪਹਿਲਾਂ ਤਾਂ ਕੀ ਕਹਿ ਰਿਹਾ ਜੀ, ਫਸਟ ਸਟੇਟਮੈਂਟ ਕੀ ਕਹਿ ਰਹੀ ਹੈ ਕਿ 50% ਤੁਸੀਂ ਲੈਂਡ ਰੈਵਨਿਊ ਦੇ ਵਿੱਚ ਕੀ ਕਰੋ ਜੀ, ਕੱਟ ਕਰੋ। ਜਿਹੜਾ ਸਾਲਟ ਟੈਕਸ ਹੈ ਉਹਨੂੰ ਕੀ ਕਰੋ ਜੀ, ਅਬੋਲਿਸ਼ ਕਰੋ, ਠੀਕ ਹੈ। ਔਰ ਜਿਹੜੀ ਗਵਰਨਮੈਂਟ ਦੀ ਸਾਲਟ ਦੇ ਉੱਪਰ ਮੋਨੋਪਲੀ ਹੈ ਉਹਨੂੰ ਵੀ ਕੀ ਕਰੋ ਜੀ, ਤੁਸੀਂ ਕੱਟ ਕਰੋ, ਠੀਕ ਹੈ ਜੀ, ਉਹਨੂੰ ਖਤਮ ਕਰੋ। ਤਾਂ ਪਹਿਲੀ ਤਾਂ ਸਟੇਟਮੈਂਟ ਇਹ ਦਿੱਤੀ ਹੋਈ ਹੈ। ਦੂਸਰੀ ਸਟੇਟਮੈਂਟ ਕੀ ਦਿੱਤੀ ਹੋਈ ਹੈ ਜੀ, 50% ਮਿਲਟਰੀ ਐਕਸਪੈਂਡੀਚਰ ਦੇ ਉੱਪਰ ਕੱਟ ਕਰੋ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਉੱਪਰ ਜਿਹੜਾ ਤੁਸੀਂ ਖਰਚਾ ਬਹੁਤ ਜ਼ਿਆਦਾ ਕਰ ਰਹੇ ਹੋ ਉਹ 50% ਕੱਟ ਕਰੋ। ਦੂਸਰੀ ਸਟੇਟਮੈਂਟ ਇਹ ਦਿੱਤੀ ਹੋਈ ਹੈ। ਤੀਸਰੀ ਸਟੇਟਮੈਂਟ ਕੀ ਦਿੱਤੀ ਹੋਈ ਹੈ ਕਿ ਕਾਉ ਸਲੌਟਰ, ਠੀਕ ਹੈ, ਉਹਨੂੰ ਬੰਦ ਕਰੋ ਔਰ ਖਾਦੀ ਦਾ ਕੀ ਕਰੋ ਜੀ, ਯੂਜ਼ ਸਟਾਰਟ ਕਰੋ। ਥਰਡ ਸਟੇਟਮੈਂਟ ਇਹ ਦਿੱਤੀ ਹੋਈ ਹੈ। ਔਰ ਫੋਰਥ ਸਟੇਟਮੈਂਟ ਦਿੱਤੀ ਹੋਈ ਹੈ ਰਿਲੀਜ਼ ਆਫ ਆਲ ਪੋਲੀਟੀਕਲ ਪ੍ਰਿਜ਼ਨਰਸ, ਠੀਕ ਹੈ ਜੀ। ਤਾਂ ਦੇਖੋ ਜੀ ਗਾਂਧੀ ਜੀ ਦੀਆਂ ਜਿਹੜੀਆਂ ਡਿਮਾਂਡ ਸੀਗੀਆਂ ਉਹਦੇ ਵਿੱਚੋਂ ਇਹ ਜਿਹੜੀਆਂ ਫਸਟ ਡਿਮਾਂਡ ਹੈ ਇਹ ਵੀ ਵੈਲਿਡ ਡਿਮਾਂਡ ਹੈ, ਇਹ ਕਹੀ ਸੀਗੀ ਗਾਂਧੀ ਜੀ ਨੇ ਲਿਖੀ ਸੀਗੀ ਲੈਟਰ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ 50% ਜਿਹੜਾ ਲੈਂਡ ਰੈਵਨਿਊ ਜਿੰਨਾ ਤੁਸੀਂ ਰਿਸੀਵ ਕਰ ਰਹੇ ਹੋ ਉਸਨੂੰ ਕੀ ਕਰੋ ਜੀ, ਕੱਟ ਕਰੋ। ਔਰ ਸਾਲਟ ਦੇ ਉੱਪਰ ਜਿਹੜੀ ਤੁਸੀਂ ਤੁਹਾਡੀ ਮੋਨੋਪਲੀ ਹੈ ਔਰ ਸਾਲਟ ਟੈਕਸ ਨੂੰ ਕੀ ਕਰੋ, ਅਬੋਲਿਸ਼ ਕਰੋ। ਤੇ ਉਸ ਤੋਂ ਬਾਅਦ 50% ਮਿਲਟਰੀ ਐਕਸਪੈਂਡੀਚਰ ਕੱਟ ਕਰਨ ਦੇ ਲਈ ਵੀ ਗਾਂਧੀ ਜੀ ਨੇ ਡਿਮਾਂਡ ਵੀ ਰੱਖੀ ਸੀਗੀ। ਔਰ ਇਹ ਵੀ ਡਿਮਾਂਡ ਰੱਖੀ ਸੀ ਕਿ ਜਿੰਨੇ ਵੀ ਪੋਲੀਟੀਕਲ ਪ੍ਰਿਜ਼ਨਰਸ ਨੇ ਜਿਨ੍ਹਾਂ ਨੂੰ ਤੁਸੀਂ ਅਰੈਸਟ ਕੀਤਾ ਉਹਨਾਂ ਸਭ ਨੂੰ ਕੀ ਕਰੋ ਜੀ, ਰਿਲੀਜ਼ ਕਰੋ। ਤਾਂ ਇਹਦੇ ਵਿੱਚੋਂ ਜਿਹੜੀ C ਹੈ ਜੀ ਆਪਣੇ ਪਾਸ ਕਾਉ ਸਲੌਟਰ ਔਰ ਖਾਦੀ ਦੀ ਗੱਲ ਉਹਨਾਂ ਜਿਹੜੀ ਡਿਮਾਂਡ ਦੇ ਵਿੱਚ ਲੈਟਰ ਦੇ ਵਿੱਚ ਨਹੀਂ ਕੀਤੀ ਗਈ ਸੀ। ਤਾਂ ਆਪਣਾ ਜਿਹੜਾ ਐਗਜ਼ੈਕਟ ਆਂਸਰ ਆ ਜਾਏਗਾ ਉਹ ਆ ਜਾਏਗਾ ਜੀ ਆਂਸਰ C, ਠੀਕ ਹੈ ਜੀ। ਨੈਕਸਟ ਕੁਐਸਚਨ ਹੈਗਾ ਜੀ ਆਪਣੇ ਪਾਸ ਜਲਿਆਂਵਾਲਾ ਬਾਗ ਦੇ ਉੱਪਰ ਜੀ। ਇਹ ਕਾਫੀ ਇੱਕ ਫੇਵਰੇਟ ਜਿਹਾ ਟੌਪਿਕ ਹੈ ਜੀ, ਜਿੰਨੇ ਵੀ ਹੁਣ ਪੇਪਰ ਹੋਏ ਹੈ ਤਾਂ ਸਭ ਦੇ ਵਿੱਚ ਜਲਿਆਂਵਾਲੇ ਬਾਗ ਦੇ ਬਾਰੇ ਕਾਫੀ ਸਾਰੇ ਆਲਮੋਸਟ ਸਾਰੀ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਕੋਈ ਨਾ ਕੋਈ ਕੁਐਸਚਨ ਇਹਦੇ ਵਿੱਚੋਂ ਆਈ ਹੀ ਹੈ ਜੀ ਸਟੇਟਮੈਂਟ, ਠੀਕ ਹੈ ਜੀ। ਤਾਂ ਹੁਣ ਆਪਾਂ ਚੱਲਦੇ ਹਾਂ ਜੀ ਇਹਦੇ ਬਾਰੇ ਕਿਹੜੀਆਂ ਸਟੇਟਮੈਂਟਸ ਪੁੱਛੀਆਂ ਗਈਆਂ ਨੇ, ਠੀਕ ਹੈ ਜੀ। ਜਲਿਆਂਵਾਲਾ ਬਾਗ ਮੈਸੈਕਰ ਬਾਰੇ ਕਿਹੜੀਆਂ ਚੀਜ਼ਾਂ ਇਹਦੇ ਵਿੱਚੋਂ ਕਰੈਕਟ ਨੇ ਆਪਾਂ ਨੇ ਉਹ ਦੱਸਣੀਆਂ ਨੇ। ਫਸਟ ਸਟੇਟਮੈਂਟ ਹੈਗੀ ਹੈ ਜੀ ਜਨਰਲ ਡਾਇਰ ਵਾਜ਼ ਦਾ ਲੈਫਟੀਨੈਂਟ ਗਵਰਨਰ ਆਫ ਦਾ ਪੰਜਾਬ। ਕੀ ਉਸ ਟਾਈਮ ਦੇ ਵਿੱਚ ਜਨਰਲ ਡਾਇਰ ਸੀਗੇ ਲੈਫਟੀਨੈਂਟ ਗਵਰਨਰ ਸੀਗੇ ਪੰਜਾਬ ਦੇ, ਪਹਿਲੀ ਸਟੇਟਮੈਂਟ ਇਹ ਚੀਜ਼ ਕਹਿ ਰਹੀ ਹੈ। ਉਸ ਤੋਂ ਬਾਅਦ ਕੀ ਹੈ ਜੀ ਜਿਹੜੇ ਵਿਕਟਮ ਸੀਗੇ ਉਹ ਕਾਹਦੇ ਲਈ ਗੈਦਰ ਹੋਏ ਸੀਗੇ ਜਲਿਆਂਵਾਲੇ ਬਾਗ ਦੇ ਵਿੱਚ, ਕਾਹਦੇ ਲਈ, ਡਾਕਟਰ ਸਤਿਆਪਾਲ ਤੇ ਡਾਕਟਰ ਸੈਫੂਦੀਨ ਦੇ ਲਈ ਇਕੱਠੇ ਹੋਏ ਸੀਗੇ ਜੀ, ਸੈਫੂਦੀਨ ਕਿਚਲੂ ਦੇ ਲਈ ਇਕੱਠੇ ਹੋਏ ਸੀਗੇ।
ਉਸ ਤੋਂ ਬਾਅਦ ਥਰਡ ਸਟੇਟਮੈਂਟ ਕੀ ਕਹਿ ਰਹੀ ਹੈ ਜੀ, ਮਾਈਕਲ ਓ ਡਾਇਰ ਵਾਸ ਦਾ ਪਰਸਨ ਹੂ ਆਰਡਰਡ ਦਾ ਪੁਲਿਸ ਫਾਇਰਿੰਗ ਔਨ ਦਾ ਅਨਆਰਮਡ ਕਰਾਊਡ। ਕਿ ਮਾਈਕਲ ਓ ਡਾਇਰ ਨੇ ਕੀ ਕੀਤਾ ਸੀਗਾ, ਆਰਡਰ ਦਿੱਤਾ ਸੀਗਾ, ਠੀਕ ਹੈ ਜੀ, ਪੁਲਿਸ ਨੂੰ। ਔਰ ਫੋਰਥ ਸਟੇਟਮੈਂਟ ਆਪਣੇ ਪਾਸ ਹੈਗੀ ਹੈ ਜੀ, ਰਵਿੰਦਰ ਨਾਥ ਟੈਗੋਰ ਨੇ ਆਪਣੀ ਸਰ ਦੀ ਜਿਹੜੀ ਨਾਈਟਹੁੱਡ ਸੀਗਾ, ਜੋ ਉਪਾਧੀ ਸੀਗੀ, ਉਹਨੂੰ ਕੀ ਕਰਤਾ ਸੀਗਾ ਜੀ, ਵਾਪਿਸ ਕਰਤਾ ਸੀਗਾ, ਠੀਕ ਹੈ ਜੀ। ਤਾਂ ਫੋਰਥ ਸਟੇਟਮੈਂਟ ਇਹ ਕਹਿ ਰਹੀ ਹੈ। ਤਾਂ ਇਹ ਕਾਫੀ ਈਜ਼ੀ ਕੁਐਸਚਨ ਹੈ ਜੀ, ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਹੋਏਗੀ। ਤਾਂ ਤੁਸੀਂ ਕੀ ਕਰਨਾ ਜੀ, ਇਸ ਕੁਐਸਚਨ ਦਾ ਆਨਸਰ ਹੈ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਦੇਣਾ ਹੈ। ਤਾਂ ਇਹ ਸੀਗੇ ਜੀ ਅੱਜ ਆਪਣੇ ਪੀਪੀਐਸਸੀ ਦੇ ਜਿੰਨੇ ਵੀ ਹਿਸਟਰੀ ਦੇ ਪ੍ਰੀਵੀਅਸ ਈਅਰ ਜਿਹੜੇ ਕੁਐਸਚਨ ਸੀਗੇ ਉਹ ਅੱਜ ਆਪਾਂ ਨੇ ਡਿਸਕਸ ਕੀਤੇ ਨੇ, ਸਾਰੇ ਨਹੀਂ ਹੈ, ਕੁਛ ਉਹਦੇ ਵਿੱਚੋਂ ਡਾਟਾ ਤੁਹਾਡੇ ਸਾਹਮਣੇ ਲੈ ਕੇ ਆਏ ਆ। ਤਾਂ ਜੀ ਇੱਦਾਂ ਹੀ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਇਹ ਜਿਹੜੀ ਸੀਰੀਜ਼ ਹੈ ਇੱਦਾਂ ਹੀ ਕੰਟੀਨਿਊ ਰਹੇ। ਥੈਂਕ ਯੂ ਟੂ ਆਲ ਆਫ ਯੂ।